ਪੰਜਾਬੀ ਰੇਡੀਓ ਦਿਵਸ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ, ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਜਰਨੈਲ ਸਿੰਘ ਜੌਲ, ਲੈਨਵੁੱਡ, ਗੁਰਦੀਪ ਸਿੰਘ ਬਿਰਦੀ, ਕਲੋਵਸ, ਸਤਨਾਮ ਸਿੰਘ ਸ਼ੇਰਗਿੱਲ, ਸਲਮਾ, ਸੁਖਵਿੰਦਰ ਸਿੰਘ, ਜਸਵੀਰ ਕੌਰ ਫਰੀਮੌਂਟ, ਜਗਤਾਰ ਸਿੰਘ ਆਨੰਦਪੁਰੀ ਫਰੀਮੌਂਟ, ਮਨਜੀਤ ਸਿੰਘ ਦੀਵਾਨਾ ਫਰਜ਼ਨੋ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਅਤੇ ਗੱਲ ਕਰਦੇ ਹਾਂ ਜੀ ਪਾਕਿਸਤਾਨ ਨੂੰ ਕਰਤਾਰਪੁਰ ਲਾਂਘੇ ਦੀ, ਉਸ ਨੂੰ ਲੈ ਕੇ ਜੋ ਦੂਜੇ ਦੇਸ਼ ਨੂੰ ਜਾਂਦੇ ਹੁੰਦੇ ਆ, ਜੋ ਫੀਸ ਆ ਉਸ ਨੂੰ ਲੈ ਕੇ ਅੜਿੱਕਾ। ਐਕਚੁਅਲੀ ਇਹ ਜਦੋਂ ਪਹਿਲਾਂ ਵੀ ਮੀਟਿੰਗਸ ਹੋਈਆਂ ਸੀ ਦੋ ਧਿਰਾਂ ਦੀਆਂ, ਉਦੋਂ ਵੀ ਇਹ ਮਾਮਲਾ ਜਿਹੜਾ ਜੀ ਉੱਠਿਆ ਸੀਗਾ। ਪਾਕਿਸਤਾਨ ਦੇ ਵੱਲੋਂ ਕਰਤਾਰਪੁਰ ਲਾਂਘੇ ਦੇ ਵਾਸਤੇ ਜਿਹੜੇ ਸਰਵਿਸ ਚਾਰਜਸ ਨੇ, ਜਿਹੜੇ ਅਕਸਰ ਜਦੋਂ ਤੁਸੀਂ ਇੱਕ ਤੋਂ ਦੂਜੇ ਮੁਲਕ ਜਾਂਦੇ ਹੋ ਤਾਂ ਤੁਹਾਨੂੰ ਉੱਥੇ ਸਰਵਿਸ ਚਾਰਜਸ ਜਿਹੜੇ ਜੀ ਉਹ ਦੇਣੇ ਪੈਂਦੇ ਆ। ਪਰ ਇਸ ਮਾਮਲੇ ਦੇ ਉੱਤੇ, ਕਿਉਂਕਿ ਜੇ ਆਪਾਂ ਲਾਂਘੇ ਦੀ ਗੱਲ ਕਰੀਏ ਤਾਂ ਲਾਂਘੇ ਦਾ ਵਿਰੋਧ ਵੀ ਜਿਹੜੇ ਇੱਕ ਜਾਂ ਦੂਜੇ ਤਰੀਕੇ ਦੇ ਨਾਲ ਕਰਦੇ ਰਹੇ ਨੇ ਕੈਪਟਨ ਅਮਰਿੰਦਰ ਸਿੰਘ ਹੋਰੀ। ਹੁਣ ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਇਸ ਮਾਮਲੇ ਦੇ ਵਿੱਚ ਦਖਲ ਦੇਣ ਦੀ ਮੰਗ ਕਰਦਿਆਂ ਚਿੱਠੀ ਜਿਹੜੀ ਹੈ ਜੀ ਉਹ ਲਿਖੀ ਆ। ਨਵਜੋਤ ਸਿੰਘ ਸਿੱਧੂ ਹੈ ਨਹੀਂ ਤਾਂ ਉਹਨਾਂ ਦੇ ਉੱਤੇ ਪੈ ਜਾਣਾ ਸੀਗਾ ਵੀ ਇਹ ਲਾਂਘੇ ਦੀ ਫੀਸ ਜਿਹੜੀ ਨਵਜੋਤ ਸਿੰਘ ਸਿੱਧੂ ਨੇ ਲਵਾਈ ਹੈ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ 'ਚ ਅਪੀਲ ਕੀਤੀ ਹੈ ਜੀ ਕਿ ਉਹ ਪਾਕਿਸਤਾਨ ਦੇ ਉੱਤੇ ਸਰਵਿਸ ਚਾਰਜ ਨਾ ਲਾਉਣ ਲਈ ਦਬਾਅ ਪਾਉਣ, ਕਿਉਂਕਿ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਇਹ ਵਿੱਤੀ ਬੋਝ ਝੱਲਣ ਦੀ ਸਮਰੱਥਾ ਜਿਹੜੀ ਜੀ ਉਹ ਨਹੀਂ ਰੱਖਦੇ। ਮੁੱਖ ਮੰਤਰੀ ਹੋਰਾਂ ਨੇ ਵੀ ਇਸ ਮਾਮਲੇ ਦੇ ਛੇਤੀ ਹੱਲ ਦੇ ਵਾਸਤੇ ਵਿਦੇਸ਼ ਮੰਤਰਾਲਾ ਦਵੱਲੀ ਮੀਟਿੰਗ ਦੇ ਵਿੱਚ ਇਹ ਮੁੱਦਾ ਜਿਹੜਾ ਜੀ ਉਹ ਚੁੱਕੇ। $20 ਦੀ ਫੀਸ ਹੈ ਜੀ ਜਿਹੜੀ ਪਾਕਿਸਤਾਨ ਦੀ ਸਰਕਾਰ ਦੇ ਵੱਲੋਂ ਲਾਈ ਗਈ ਆ। 1400 ਰੁਪਈਆ ਜਿਹੜਾ ਜੀ ਇਹ ਭਾਰਤੀ ਕਰੰਸੀ ਦੇ ਵਿੱਚ ਬਣਦਾ। ਪਾਕਿਸਤਾਨ ਨੇ ਇਹ ਸਪਸ਼ਟ ਜਿਹੜਾ ਜੀ ਕੀਤਾ ਕਿ ਇਹ ਕੋਈ ਉੱਥੇ ਜਾਣ ਦੀ ਫੀਸ ਨਹੀਂ ਗੀ, ਬਲਕਿ ਇਹ ਸਰਵਿਸ ਚਾਰਜਸ ਨੇ। ਔਰ ਉਹਨਾਂ ਨੇ ਕਿਹਾ ਕਿ ਬਿਹਤਰੀਨ ਸਰਵਿਸ ਜਿਹੜਾ ਜੀ ਉਹ ਦੇਣਾ ਚਾਹੁੰਦਾ ਹੈ ਜਿਹੜੇ ਆਉਣ ਵਾਲੇ ਸ਼ਰਧਾਲੂ ਨੇ। ਵੈਸੇ ਜੇ ਦੇਖਿਆ ਜਾਵੇ ਤਾਂ ਜਿੰਨੀਆਂ ਅੰਬੈਸੀਜ਼ ਨੇ, ਜਿੰਨੀਆਂ ਲਾਈਨਾਂ ਉਹਨਾਂ ਦੇ ਬਾਹਰ ਜਿਹੜੀਆਂ ਲੋਕਾਂ ਦੀਆਂ ਲੱਗੀਆਂ ਹੋਈਆਂ, ਭਲਾ ਉਹ ਬਿਨਾਂ ਫੀਸ ਤੋਂ ਵੀਜ਼ਾ ਅਪਲਾਈ ਕਰਦੇ ਆ ਜੇਕਰ ਦੇਖਿਆ ਜਾਵੇ। ਕਿਉਂਕਿ ਜਦੋਂ ਮੁਲਕ ਤੋਂ ਮੁਲਕ ਆਉਂਦਾ ਤਾਂ ਤੁਹਾਨੂੰ ਸਰਵਿਸ ਚਾਰਜਸ ਜਿਹੜੇ ਆ ਜੀ ਉਹ ਦੇਣੇ ਪੈਂਦੇ ਆ। ਇਹ ਠੀਕ ਹੈ ਕਿ ਇਹਦੇ ਨਾਲ ਇੱਕ ਧਾਰਮਿਕ ਮਾਮਲਾ ਜਿਹੜਾ ਜੀ ਉਹ ਜੁੜਿਆ ਹੋਇਆ, ਜਿਹਨੂੰ ਹੁਣ ਸਿਆਸੀ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬਿਲਕੁਲ ਜੀ, ਆਪਣੇ ਲੀਡਰਾਂ ਨੂੰ ਦੇਖੋ ਕਿੱਥੇ ਦੂਜੇ ਦੇਸ਼ਾਂ ਦੇ ਵਿੱਚ ਸੈਰ ਕਰਨ ਦਿੰਦੇ, ਉਹੋ ਹੀ ਫੀਸ ਇੱਧਰ ਵੀ ਦੇ ਸਕਦੇ ਆ ਜੇ ਬਹੁਤ ਹੀ ਹਿੱਤ ਆ ਲੋਕਾਂ ਦੇ ਨਾਲ। ਤੇ ਅੱਗੇ ਗੱਲ ਕਰਦੇ ਹਾਂ ਜੀ, ਕਾਂਗਰਸ ਨੇ ਹੁਣ ਤਿਆਰੀ ਕੀਤੀ ਕੇਂਦਰ ਸਰਕਾਰ ਨੂੰ ਘੇਰਨੇ ਦੀ, ਸੋਸ਼ਲ ਮੀਡੀਆ ਤੋਂ ਹਟ ਕੇ ਜ਼ਮੀਨ ਤੇ ਆਉਣ ਦੀ ਗੱਲ ਆਖੀ। ਦੇਖੋ, ਸੋਨੀਆ ਗਾਂਧੀ ਹੋਰਾਂ ਦੀ ਅਗਵਾਈ ਦੇ ਵਿੱਚ ਜਿਹੜੀ ਹੈ ਜੀ ਇਹ ਮੀਟਿੰਗ ਹੋਈ। ਡਾਕਟਰ ਮਨਮੋਹਨ ਸਿੰਘ ਹੋਰੀ ਵੀ ਇਹਦੇ ਵਿੱਚ ਸੀਗੇ। ਰਾਹੁਲ ਗਾਂਧੀ ਤੋਂ ਬਿਨਾਂ ਬਾਕੀ ਸਾਰੇ ਜਿਹੜੇ ਕਾਂਗਰਸੀ ਆਗੂ ਸੀ ਉਹਨਾਂ ਨੂੰ ਦਿੱਲੀ ਦੇ ਵਿੱਚ ਹੋਈ ਇਸ ਮੀਟਿੰਗ ਦੇ ਵਿੱਚ ਜਿਹੜਾ ਜੀ ਉਚੇਚੇ ਤੌਰ ਦੇ ਉੱਤੇ ਸੱਦਿਆ ਗਿਆ ਸੀਗਾ ਕਿ ਕੇਂਦਰ ਦੀ ਸਰਕਾਰ ਨੂੰ ਘੇਰਨ ਦੀ ਵਿਉਂਤਬੰਦੀ ਜਿਹੜੀ ਜੀ ਉਹ ਕੀਤੀ ਜਾਵੇ। ਕਾਂਗਰਸ ਦੇ ਪ੍ਰਧਾਨ ਸੋਨੀਆ ਗਾਂਧੀ ਹੋਰਾਂ ਨੇ ਮੁਲਕ ਦੀ ਖਰਾਬ ਆਰਥਿਕ ਹਾਲਤ ਦੇ ਉੱਤੇ ਫਿਕਰ ਜਤਾਉਂਦਿਆਂ ਹੋਇਆ ਭਾਜਪਾ ਸਰਕਾਰ ਤੇ ਦੋਸ਼ ਲਾਇਆ ਕਿ ਉਹ ਲੋਕਾਂ ਦੇ ਵੱਲੋਂ ਮਿਲੇ ਫਤਵੇ ਦੀ ਖਤਰਨਾਕ ਢੰਗ ਦੇ ਨਾਲ ਦੁਰਵਰਤੋਂ ਜਿਹੜੀ ਹੈ ਜੀ ਉਹ ਕਰ ਰਹੀ ਹੈ। ਇਸ ਮੀਟਿੰਗ ਦੇ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਹੋਰਾਂ ਨੇ ਕਿਹਾ ਕਿ ਮੁਲਕ 'ਚ ਆਰਥਿਕ ਹਾਲਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਨੇ। ਇਹ ਵੀ ਕਿਹਾ ਜਾ ਰਿਹਾ ਕਿ ਸੋਨੀਆ ਗਾਂਧੀ ਹੋਰਾਂ ਨੇ ਪਾਰਟੀ ਦਫ਼ਤਰ ਤੇ ਕਾਂਗਰਸੀ ਆਗੂਆਂ ਨੂੰ ਸੰਬੋਧਨ ਕਰਦਿਆਂ ਹੋਇਆ ਭਾਜਪਾ ਸਰਕਾਰ ਇਹ ਕਿਹਾ ਕਿ ਕਾਂਗਰਸ ਦੇ ਸੰਜਮ ਦਾ ਇਮਤਿਹਾਨ ਜਿਹੜਾ ਜੀ ਉਹ ਲੈ ਰਹੀ ਸੀ, ਪਰ ਹੁਣ ਉਹਨੂੰ ਭਾਜਪਾ ਦਾ ਪਰਦਾਫਾਸ਼ ਕਰਨ ਦੇ ਵਾਸਤੇ ਰੋਸ ਪ੍ਰਦਰਸ਼ਨਾਂ ਦੇ ਰਾਹੀਂ ਲੋਕਾਂ ਤੱਕ ਪਹੁੰਚ ਜਿਹੜੀ ਜੀ ਉਹ ਬਣਾਉਣੀ ਚਾਹੀਦੀ ਹੈ। ਸੋਨੀਆ ਗਾਂਧੀ ਹੋਰਾਂ ਨੇ ਇਹ ਵੀ ਜਿਹੜੀ ਜੀ ਗੱਲ ਕੀਤੀ ਕਿ ਜਿਹੜੇ ਕਾਂਗਰਸੀ ਨੇ ਉਹ ਟਵਿੱਟਰ ਤੇ ਫੇਸਬੁੱਕ ਦੀ ਦੁਨੀਆ ਤੋਂ ਬਾਹਰ ਨਿਕਲਣ ਤੇ ਸੜਕਾਂ ਦੇ ਉੱਤੇ ਆ ਕੇ ਜਿਹੜੀ ਕੇਂਦਰ ਦੀ ਸਰਕਾਰ ਹੈ ਜਾਂ ਜਿਹੜੀ ਮੰਦੀ ਆ ਉਹਦੇ ਵਾਸਤੇ ਸੰਘਰਸ਼ ਜਿਹੜਾ ਜੀ ਉਹ ਲੜਨ, ਤਾਂ ਕਿ ਲੋਕਾਂ ਦੇ ਵਿੱਚ ਜਾਇਆ ਜਾ ਸਕੇ। 4 ਸੂਬਿਆਂ ਦੇ ਵਿੱਚ ਚੋਣਾਂ ਜਿਹੜੀਆਂ ਜੀ ਉਹ ਆ ਰਹੀਆਂ ਨੇ, ਜਿਹਦੇ ਕਰਕੇ ਇਹ ਮੀਟਿੰਗ ਅਹਿਮ ਜਿਹੜੀ ਆ ਉਹ ਕਈ ਜਿਹੜੀ ਜੀ ਉਹ ਜਾ ਸਕਦੀ ਹੈ। ਸੋਨੀਆ ਗਾਂਧੀ ਹੋਰਾਂ ਨੇ ਮੁਲਕ ਦੀ ਆਰਥਿਕ ਹਾਲਤ ਦੇ ਉੱਤੇ ਫਿਕਰ ਜਤਾਉਂਦੇ ਹੈ ਕਿ ਘਾਟਾ ਲਗਾਤਾਰ ਵੱਧ, ਲੋਕਾਂ ਦਾ ਵਿਸ਼ਵਾਸ ਡੋਲ ਗਿਆ। ਆਰਥਿਕ ਮੋਰਚੇ ਤੋਂ ਧਿਆਨ ਵਧਾਉਣ ਲਈ ਸਰਕਾਰ ਬਦਲਾਖੋਰੀ ਦੀ ਸਿਆਸਤ ਦੇ ਵਿੱਚ ਜਿਹੜਾ ਜੀ ਉਹ ਰੁੱਝੀ ਹੋਈ ਆ। ਕਾਂਗਰਸ ਪ੍ਰਧਾਨ ਨੇ ਵੀ ਕਿਹਾ ਕਿ ਸਰਕਾਰ ਮਹਾਤਮਾ ਗਾਂਧੀ, ਵੱਲਭ ਭਾਈ ਪਟੇਲ ਤੇ BR ਅੰਬੇਡਕਰ ਵਰਗੇ
ਸੁਤੰਤਰਤਾ ਸੈਨਾਨੀਆਂ ਦੇ ਸੁਨੇਹਿਆਂ ਨੂੰ ਆਪਣੇ ਏਜੰਡੇ ਦੀ ਪੂਰਤੀ ਵਾਸਤੇ ਤੋੜ ਮਰੋੜ ਕੇ ਜਿਹੜਾ ਜੀ ਉਹ ਪੇਸ਼ ਕਰ ਰਹੀ ਹੈ। ਦੇਖਣਾ ਇਹ ਹੋਊਗਾ ਕਿ ਲੋਕ ਸਭਾ ਚੋਣਾਂ ਦੇ ਦੌਰਾਨ ਇੱਕ ਦੂਜੇ ਦੀਆਂ ਲੱਤਾਂ ਖਿੱਚ ਕੇ ਹਾਸ਼ੀਏ ਦੇ ਉੱਤੇ ਗਈ ਕਾਂਗਰਸ ਜਿਹੜੀ ਆ, ਉਦੋਂ ਬਾਅਦ ਜਿਵੇਂ ਉਹਦੇ ਨੇਤਾ ਅਵੇਸਲੇ ਹੋ ਕੇ ਬਹਿ ਗਿਆ, ਇਸ ਮੀਟਿੰਗ ਤੋਂ ਬਾਅਦ ਉਹ ਵਾਕਈ ਸਰਗਰਮ ਹੁੰਦੇ ਆ ਜਾਂ ਨਹੀਂ ਜੀ। ਤੇ ਅਗਲੀ ਗੱਲ ਕਰਦੇ ਹਾਂ, ਹੜ੍ਹਾਂ ਦੀ ਤਬਾਹੀ ਦੇਖਣ ਲਈ ਜੋ ਕੇਂਦਰ ਤੋਂ ਟੀਮਾਂ ਆਈਆਂ, ਕੀ ਆਮ ਲੋਕਾਂ ਦੇ ਨਾਲ ਵੀ ਉਹ ਮਿਲਦੇ ਜੁਲਦੇ ਆ? ਨਹੀਂ ਜੀ, ਐਕਚੁਅਲੀ ਇਹ ਜਿਹੜੀ ਟੀਮ ਆਈ ਹੋਈ ਹੈ ਜੀ, ਔਰ ਕੇਂਦਰੀ ਟੀਮ ਕੋਲੋਂ ਪੰਜਾਬ ਸਰਕਾਰ ਨੇ ਕੋਈ 1200 ਤੇ 16 ਕਰੋੜ ਰੁਪਏ ਮੁਆਵਜ਼ੇ ਦੀ ਮੰਗ ਜਿਹੜੀ ਕੀਤੀ ਆ। ਕੇਂਦਰੀ ਟੀਮ ਨੇ ਇਹ ਕਲੀਅਰ ਕੀਤਾ ਜੀ ਕਿ ਮੁਆਵਜ਼ਾ ਤੈਅ ਨਿਯਮਾਂ ਦੇ ਅਨੁਸਾਰ ਦਿੱਤਾ ਜਾਊਗਾ। ਪੰਜਾਬ ਸਰਕਾਰ ਨੇ ਨਿਯਮਾਂ ਤੋਂ ਵੱਧ ਮੁਆਵਜ਼ਾ ਜਾਂ ਪੈਕੇਜ ਲੈਣਾ ਹੈ ਤਾਂ ਉਹ ਕੇਂਦਰ ਸਰਕਾਰ ਦੇ ਕੋਲੇ ਵੱਖਰੇ ਤੌਰ ਦੇ ਉੱਤੇ ਮੰਗ ਕਰੇ ਜਾ ਕੇ। ਪੰਜਾਬ ਦੇ ਅਧਿਕਾਰੀਆਂ ਨੇ ਕਿਹਾ ਸੀਗਾ ਕਿ ਜਿਨ੍ਹਾਂ ਕਿਸਾਨਾਂ ਦੀ ਪੂਰੀ ਫਸਲ ਬਰਬਾਦ ਹੋ ਗਈ ਆ, ਉਹਨਾਂ ਨੂੰ ਪ੍ਰਤੀ ਏਕੜ 46,000 ਰੁਪਇਆ ਮੁਆਵਜ਼ਾ ਦਿੱਤਾ ਜਾਵੇ। ਪਰ ਕੇਂਦਰੀ ਟੀਮ ਨੇ ਨਿਯਮਾਂ ਦਾ ਹਵਾਲਾ ਜਿਹੜਾ ਜੀ ਉਹ ਦਿੱਤਾ। ਨਿਯਮਾਂ ਦੇ ਅਨੁਸਾਰ ਕਿਸਾਨਾਂ ਨੂੰ ਪ੍ਰਤੀ ਏਕੜ 12,000 ਰੁਪਏ ਮੁਆਵਜ਼ਾ ਦਿੱਤਾ ਜਾਂਦਾ ਹੈ। ਇਹਦੇ ਲਈ ਪੰਜਾਬ ਨੂੰ ਵੱਧ ਮੁਆਵਜ਼ਾ ਲੈਣ ਦੇ ਵਾਸਤੇ ਪ੍ਰਧਾਨ ਮੰਤਰੀ ਤੱਕ ਜਿਹੜੀ ਹੈ ਜੀ ਉਹ ਪਹੁੰਚ ਕਰਨੀ ਪਊਗੀ। ਇਹ ਗੱਲ ਜਿਹੜੀ ਜੀ ਕੇਂਦਰੀ ਟੀਮ ਨੇ ਇੱਥੇ ਆ ਕੇ ਜਿਹੜੀ ਜੀ ਉਹ ਦੱਸੀ ਆ। ਇਹ ਜਿਹੜਾ ਜੀ ਕਿਹਾ ਜਾ ਰਿਹਾ ਕਿ ਕੇਂਦਰੀ ਟੀਮ ਨੇ ਪੰਜਾਬ 'ਚ ਹੜ੍ਹਾਂ ਨਾਲ ਜਿਹੜਾ ਨੁਕਸਾਨ ਦਾ ਜਾਇਜ਼ਾ ਲੈਣ ਦੇ ਵਾਸਤੇ ਦੌਰਾ ਕਰਨ ਤੋਂ ਪਹਿਲਾਂ ਮੋਹਾਲੀ ਦੇ ਜਿਹੜੇ ਉੱਚ ਅਧਿਕਾਰੀਆਂ ਦੇ ਵਿੱਚ ਨਾਲ ਮੁਲਾਕਾਤ ਮੋਹਾਲੀ ਦੇ ਵਿੱਚ ਜਿਹੜੀ ਜੀ ਉਹ ਕੀਤੀ, ਔਰ ਉੱਥੋਂ ਜਿਹੜੀ ਸੀ ਜਾਣਕਾਰੀ ਲਈ। ਉਸ ਤੋਂ ਬਾਅਦ ਸ਼ਹੀਦ ਭਗਤ ਸਿੰਘ ਨਗਰ, ਰੂਪਨਗਰ, ਜਲੰਧਰ, ਕਪੂਰਥਲਾ, ਫਿਰੋਜ਼ਪੁਰ, ਲੁਧਿਆਣਾ, ਮੋਗਾ, ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ ਤੇ ਤਰਨਤਾਰਨ, ਜਿੱਥੇ ਵੱਡੇ ਪੱਧਰ ਦੇ ਉੱਤੇ ਨੁਕਸਾਨ ਝੱਲਣਾ ਪਿਆ, ਉਸ ਜਗ੍ਹਾ ਦੇ ਉੱਤੇ ਇਹ ਟੀਮ ਜਿਹੜੀ ਹੈ ਜੀ ਉਹ ਜਾ ਰਹੀ ਹੈ। ਟੀਮ ਕਿਸੇ ਵੀ ਜਿਹੜੇ ਆਮ ਵਿਅਕਤੀ ਨੇ ਉਹਨਾਂ ਨੂੰ ਨਹੀਂ ਜਿਹੜਾ ਜੀ ਉਹ ਮਿਲ ਰਹੀ, ਜਿਨ੍ਹਾਂ ਤੋਂ ਕਿ ਅੰਕੜੇ ਇਹ ਅਸਲ ਦੇ ਵਿੱਚ ਜਿਹੜੇ ਜੀ ਉਹ ਇਕੱਠੇ ਕੀਤੇ ਜਿਹੜਾ ਜੀ ਉਹ ਜਾਣ। ਜਿਹੜੇ ਟੀਮ ਦੇ ਮੈਂਬਰ ਨੇ ਉਹ ਕਹਿੰਦੇ ਆ ਕਿ ਸਾਡੀ ਜਿਹੜੀ ਡਿਊਟੀ ਲੱਗੀ ਆ, ਅਸੀਂ ਉਹ ਡਿਊਟੀ ਇੰਨੀ ਕਿ ਜਿਹੜੀ ਜੀ ਉਹ ਪਗਾਉਣੀ ਆ ਕਿ ਕਾਗਜ਼ਾਂ ਦੇ ਜਿਹੜੇ ਜੀ ਉਹ ਢਿੱਡ ਭਰਨੇ ਆ। ਉਸ ਤੋਂ ਬਾਅਦ ਨਿਯਮਾਂ ਦੇ ਮੁਤਾਬਕ ਜਿਹੜਾ ਜੀ ਹੁਣ ਗੱਲ ਇਹ ਆ ਕਿ 12,000 ਰੁਪਇਆ ਵੀ ਜੇ ਪਰ ਏਕੜ ਦਾ ਮਿਲਣਾ, ਉਹ ਕਿਹਨੂੰ ਮਿਲਣਾ? ਕਿਉਂਕਿ ਬਹੁਤੇ ਤਾਂ ਜਿਹੜੇ ਸਭ ਨੂੰ ਪਤਾ ਜੀ ਕਿਹੜੇ ਤਰੀਕੇ ਨਾਲ ਇਹ ਖਾ ਲਏ ਜਾਂਦੇ ਆ। ਕੇਂਦਰ ਦੇ ਵਿੱਚ ਭਾਈਵਾਲ ਜਿਹੜੇ ਅਕਾਲੀ ਦਲ ਵਾਲੇ ਨੇ ਜੀ ਉਹ ਚੁੱਪਚਾਪ ਹੁਣ ਜਿਹੜਾ ਜੀ ਉਹ ਬੈਠੇ ਨੇ। ਉਹ ਇਸ ਮਾਮਲੇ ਨੂੰ ਲੈ ਕੇ ਕੋਈ ਕੇਂਦਰ ਤੱਕ ਜਿਹੜੀ ਜੀ ਉਹ ਪਹੁੰਚ ਨਹੀਂ ਕਰ ਰਹੇ। ਇਹ ਟੀਮ ਉਹ ਆ ਜਿਹੜੀ ਕਿ ਜਿਹੜੇ ਬਾਕੀ ਸੂਬਿਆਂ ਦੇ ਵਿੱਚ ਹੜ੍ਹ ਆਏ ਸੀਗੇ ਉੱਥੇ ਤੁਰੰਤ ਗਈ ਸੀ, ਜਦੋਂ ਕਿ ਇੱਥੇ ਇੰਨੇ ਦਿਨ ਜਿਹੜਾ ਜੀ ਉਹ ਬੀਤ ਜਾਣ ਤੋਂ ਬਾਅਦ ਹੁਣ ਆਈ ਆ। ਪਰ ਜਿਸ ਤਰੀਕੇ ਦੇ ਨਾਲ ਉਹਨੇ ਆਮ ਲੋਕਾਂ ਤੋਂ ਦੂਰੀ ਜਿਹੜੀ ਜੀ ਉਹ ਬਣਾ ਕੇ ਰੱਖੀ ਆ, ਜਾਂ ਜਿਹੜੇ ਨਿਯਮਾਂ ਦੇ ਗੱਲ ਜਿਹੜੀ ਜੀ ਉਹ ਕੀਤੀ ਆ, ਉਹਦੇ ਤੋਂ ਇਹ ਪਤਾ ਲੱਗਦਾ ਹੈ ਜੀ ਕਿ ਕਿੰਨੀ ਕੁ ਵੱਡੀ ਆਸ ਜਿਹੜੀ ਹੈ ਜੀ ਉਹ ਪੰਜਾਬ ਦੇ ਹੜ੍ਹ ਮਾਰੇ ਇਹ ਜਿਹੜੇ ਲੋਕ ਨੇ ਉਹਨਾਂ ਨੂੰ ਹੋ ਸਕਦੀ ਹੈ। ਤੇ ਫਿਰ ਕੀ ਉਹ ਲੀਡਰਾਂ ਨੂੰ ਮਿਲ ਕੇ ਚਲੇ ਜਾਂਦੇ ਜਾਂ ਪਟਵਾਰੀਆਂ ਨੂੰ? ਨਹੀਂ, ਪਟਵਾਰੀਆਂ ਨੂੰ ਵੀ ਨਹੀਂ ਮਿਲਦੇ ਜੀ। ਉਹ ਆਪਣੇ ਤੌਰ ਦੇ ਉੱਤੇ ਉਹਨਾਂ ਨੇ ਜਿਵੇਂ ਜਾਣਕਾਰੀ ਲਈ ਜਿਹੜੇ ਮੰਤਰੀ ਤੇ ਜਿਹੜੇ ਆਫਿਸਰ ਨੇ ਉਹਨਾਂ ਤੋਂ ਕਿਤੇ ਕਿਤੇ ਹੜ੍ਹ ਆਏ ਉੱਥੇ ਉੱਤੇ, ਕਿਉਂਕਿ ਇੱਥੋਂ ਨਾਲ ਡਿਊਟੀ ਜਿਹੜੀ ਜੀ ਉਹ ਲੱਗ ਜਾਂਦੀ ਕਿ ਆਹ ਹੜ੍ਹ ਮਾਰੇ ਖੇਤਰ ਨੇ। ਹੈਰਾਨੀ ਵਾਲੀ ਗੱਲ ਇਹ ਸੀਗੀ ਕਿ ਜਿਹੜੇ ਬੰਨ ਟੁੱਟੇ, ਉਹ ਟੁੱਟੇ ਹੋਏ ਬੰਨਾਂ ਦਾ ਦੌਰਾ ਵੀ ਇਹਨਾਂ ਨੇ ਨਹੀਂ ਕੀਤਾ, ਕਿਉਂਕਿ ਜਦੋਂ ਬੰਨ ਟੁੱਟਦਾ ਆ ਫਿਰ ਉਹ ਸਰਕਾਰ ਦੀ ਰਿਸਪੌਂਸਿਬਿਲਿਟੀ ਹੈ ਨਾ ਜੀ। ਇਹ ਟੀਮ ਇਹ ਵੀ ਕਹਿ ਸਕਦੀ ਸੀ ਕਿ 1988 ਤੋਂ ਬਾਅਦ ਇਹਨਾਂ ਬੰਨਾਂ ਦੀ ਰਿਪੇਅਰ ਨਹੀਂ ਕੀਤੀ ਗਈ, ਉਹ ਬੰਨ ਵੇਖਣ ਨਹੀਂ ਦਿੱਤੇ ਗਏ। ਇਸ ਕਰਕੇ ਨਹੀਂ ਵੇਖਣ ਦਿੱਤੇ ਗਏ ਕਿ ਇਹ ਪਤਾ ਲੱਗ ਜੂਗਾ ਕਿ ਇਹ ਰੇਤ ਮਾਫੀਆ ਜਿਹੜਾ ਜੀ ਉਹ ਸਾਰਾ ਖਾ ਗਿਆ। ਹੁਣ ਇੱਕ ਮੁਸ਼ਕਲ ਹੋਵੇ ਤੇ ਜਿਹੜੀ ਜੀ ਉਹ ਦੱਸੀ ਜਾਵੇ ਤਾਂ ਚਫੇਰੇ ਲੋਕ ਜਿਹੜੇ ਜੀ ਉਹ ਘਿਰ ਗਏ। ਕੇਂਦਰ ਨੇ ਕੀ ਦੇਣਾ ਆ ਜਾਂ ਇਸ ਟੀਮ ਨੇ ਕਿਹੋ ਜੀ ਸਹੀ ਪਾਉਣੀ ਆ, ਉਹ ਬਾਅਦ ਵਾਲੀ ਗੱਲ ਆ। ਉਹ ਤੋਂ ਅਗਲੀ ਗੱਲ ਜਿਹੜੀ ਇਹ ਆ ਕਿ ਜਿਹੜੀ ਸੂਬੇ ਦੀ ਸਰਕਾਰ ਦੀ ਰਿਸਪੌਂਸਿਬਿਲਿਟੀ ਜਿਹੜੀ ਬਣਦੀ ਸੀ, ਉਹਨੂੰ ਆਪਣਾ ਪਾਲਾ ਜਿਹੜਾ ਜੀ ਉਹ ਮਰੀ ਜਾਂਦਾ ਕਿ ਅਸਲੀਅਤ ਜਿਹੜੀ ਜੀ ਉਹ ਪਤਾ ਲੱਗ ਜੂਗੀ। ਇਸ ਕਰਕੇ ਉਹਨਾਂ ਜਗ੍ਹਾ ਦੇ ਉੱਤੇ ਇਹਨਾਂ ਨੂੰ ਜਾਣ ਹੀ ਨਹੀਂ ਦਿੱਤਾ, ਜਿੱਥੇ 24 ਘੰਟੇ ਦਿਨ ਰਾਤ ਲੋਕਾਂ ਨੇ ਕੰਮ ਕਰਕੇ ਜਿਹੜਾ ਜੀ ਆਪਣੇ ਤੌਰ ਦੇ ਉੱਤੇ ਬੰਨ ਜਿਹੜੇ ਸੀ ਉਹ ਬੰਨੇ, ਜਿਹੜੀ ਕਿ ਸਰਕਾਰਾਂ ਦੀ ਡਿਊਟੀ ਬਣਦੀ ਹੈ। ਇਹ ਤਾਂ ਫਿਰ ਕੁਝ ਨਹੀਂ ਹੋਇਆ ਕਿ ਜੇ ਲੋਕਾਂ ਤਾਂ ਵੀ ਨਹੀਂ ਪਹੁੰਚੇ ਹੈਗੇ, ਕੁਝ ਨਹੀਂ ਦੇਖਿਆ। ਤੇ ਅੱਗੇ ਹੜ੍ਹ ਮਰੇ ਖੇਤਰਾਂ ਦੀ ਗੱਲ ਕਰਦੇ ਹਾਂ, ਜਿਸ ਤਰ੍ਹਾਂ ਪਹਿਲਾਂ ਵੀ ਗੱਲ ਕੀਤੀ ਕਿ ਬਾਅਦ ਵਿੱਚ ਆਉਣ ਵਾਲੀਆਂ ਪ੍ਰੋਬਲਮਾਂ ਕਿ ਪਾਣੀ ਪੀਣ ਵਾਲੇ ਦੀ ਕਿੱਲਤ ਆ, ਪਾਣੀ ਜ਼ਹਿਰੀਲਾ ਹੋ ਗਿਆ। ਕੁਝ ਇਹ ਮੁਸ਼ਕਲਾਂ ਤਾਂ ਪਤਾ ਸੀਗਾ ਕਿ ਇਹ ਆਉਣੀਆਂ ਨੇ। ਇਹ ਮੁਸ਼ਕਲਾਂ ਦਿਨ ਪ੍ਰਤੀ ਦਿਨ ਜਿਹੜੀਆਂ ਹੋਰ ਵਧਣੀਆਂ ਨੇ ਜੀ ਪੰਜਾਬ ਦੀਆਂ। ਜਿਹੜੀਆਂ ਕੁਝ ਲੋਕ ਸੋਚਦੇ ਨੇ ਕਿਉਂਕਿ ਜਦੋਂ ਮੁਸੀਬਤ ਮਾਰੇ ਲੋਕ ਸੀਗੇ ਤੇ ਪਿਕਚਰਾਂ ਕਰਨ ਵਾਲੇ ਉਹਦੇ ਵੀ ਕਰੀ ਜਾਂਦੇ ਸੀ, ਬੜਾ ਕਹਿੰਦੇ ਸੀਗੇ ਪਾਣੀ ਨਹੀਂ ਹੈਗਾ ਤੇ ਹੁਣ ਲੈ ਲਓ ਪਾਣੀ ਜਿਹੜਾ ਜੀ।
ਪਰ ਉਹਨਾਂ ਨੂੰ ਨਹੀਂ ਪਤਾ ਕਿ ਇਹ ਮੁਸ਼ਕਲਾਂ ਜਿਹੜੀਆਂ ਜੀ ਇਹ ਕੋਈ ਕਿਸਾਨਾਂ ਦੀਆਂ ਮੁਸ਼ਕਲਾਂ ਨਹੀਂ ਗੀਆਂ ਇਕੱਲੀਆਂ, ਇਹ ਓਵਰਆਲ ਸਭ ਦੀਆਂ ਜਿਹੜੀਆਂ ਜੀ ਉਹ ਮੁਸ਼ਕਲਾਂ ਨੇ ਪੰਜਾਬ ਦੇ ਵਿੱਚ। ਹੜ੍ਹ ਮਾਰੇ ਇਲਾਕੇ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਹੁਣ ਚਿੱਟੀ ਵੇਈਂ ਦੇ ਦੂਸ਼ਿਤ ਤੇ ਜ਼ਹਿਰੀਲੇ ਪਾਣੀ ਦੀ ਮਾਰ ਝੱਲਣੀ ਪੈ ਰਹੀ ਹੈ। ਹੜ੍ਹ ਦੇ ਦੌਰਾਨ ਚਿੱਟੀ ਵੇਈਂ ਦਾ ਦੂਸ਼ਿਤ ਪਾਣੀ ਸਤਲੁਜ ਦਰਿਆ ਦੇ ਪਾਣੀ ਦੇ ਨਾਲ ਮਿਲਿਆ। ਇਹ ਪਾਣੀ ਕਈ ਇਲਾਕਿਆਂ ਦੇ ਵਿੱਚ ਉਸੇ ਤਰੀਕੇ ਨਾਲ ਖੜਾ। ਮੰਡਾਲਾ ਛੰਨਾ ਪਿੰਡ ਨੇੜਿਓਂ ਲੱਗਦੀ ਚਿੱਟੀ ਵੇਈਂ ਦਾ ਬੰਨ੍ਹ ਵੀ ਹੜ੍ਹ ਦੇ ਦੌਰਾਨ ਜਿਹੜਾ ਉਹ ਟੁੱਟ ਗਿਆ ਸੀਗਾ। ਇੱਥੇ ਪਿੰਡ ਨਸੀਰਪੁਰ ਪੈਂਦਾ ਜਿੱਥੇ ਦੂਸ਼ਿਤ ਪਾਣੀ ਦੀ ਮਾਰ ਜਿਹੜੀ ਜੀ ਉਹ ਚੱਲ ਰਹੇ ਨੇ। ਜਿਹੜੇ ਟਿਊਬਵੈੱਲ ਤੇ ਨਲਕੇ ਆ ਉਹਨਾਂ ਦੇ ਵਿੱਚੋਂ ਬਿਲਕੁਲ ਕਾਲਾ ਪਾਣੀ ਜਿਹੜਾ ਵੀ ਉਹ ਨਿਕਲ ਰਿਹਾ। ਔਰ ਜਿਹੜਾ 24 ਥਾਵਾਂ ਤੋਂ ਤਸੀਬਨ ਟੁੱਟਿਆ ਸੀਗਾ, ਹੜ੍ਹ ਆਉਣ ਤੋਂ 26 ਦਿਨਾਂ ਬਾਅਦ ਵੀ ਲੋਕ ਜਿਹੜੇ ਜੀ ਉਹ ਜ਼ਹਿਰੀਲੇ ਪਾਣੀ ਦੀ ਮਾਰ ਜਿਹੜੀ ਹੈ ਜੀ ਉਹ ਸਹਿ ਰਹੇ ਆ। ਜਿਹੜੇ ਨਸੀਰਪੁਰ ਦੇ ਵਾਸੀ ਆ ਜੀ ਉਹ ਇਹ ਕਹਿੰਦੇ ਆ ਕਿ ਜਦੋਂ ਉਹਨਾਂ ਨੇ ਬੰਬੀਆਂ ਹੁਣ ਚਲਾਈਆਂ ਤਾਂ ਉਹਦੇ ਵਿੱਚੋਂ ਸਾਰਾ ਕਾਲਾ ਪਾਣੀ ਜਿਹੜਾ ਜੀ ਉਹ ਨਿਕਲ ਰਿਹਾ। ਕਈ ਘੰਟੇ ਟਿਊਬਵੈੱਲ ਚਲਾਉਣ ਦੇ ਬਾਵਜੂਦ ਕਾਲਾ ਪਾਣੀ ਧਰਤੀ ਹੇਠੋਂ ਆਉਣਾ ਬੰਦ ਨਹੀਂ ਜਿਹੜਾ ਜੀ ਹੋਇਆ। ਪਹਿਲਾਂ ਲੋਕ ਸੋਚਦੇ ਸੀਗੇ ਕਿ ਜਿਹੜਾ ਬੋਰਾਂ ਦੇ ਵਿੱਚ ਪਾਣੀ ਗੰਦਾ ਚਲੇ ਗਿਆ, ਉਦੋਂ ਬਾਅਦ ਕੁਝ ਘੰਟੇ ਚੱਲਣ ਤੋਂ ਬਾਅਦ ਬੋਰ ਦੇ ਵਿੱਚੋਂ ਸਾਫ਼ ਪਾਣੀ ਜਿਹੜਾ ਜੀ ਉਹ ਆਉਣਾ ਸ਼ੁਰੂ ਹੋ ਜਾਊਗਾ। 4 ਘੰਟੇ ਮੋਟਰ ਚੱਲਦੀ ਰਹੀ, ਸਾਫ਼ ਪਾਣੀ ਜਿਹੜਾ ਜੀ ਉਹ ਨਹੀਂ ਆਇਆ। ਇਹਨਾਂ ਪਿੰਡਾਂ ਦੇ ਵਿੱਚ ਇੱਕ ਦਿਨ ਥਾਂ ਦੇ ਉੱਤੇ ਮੋਟਰਾਂ ਜਿਹੜੀਆਂ ਜੀ ਉਹ ਚੈੱਕ ਕੀਤੀਆਂ ਗਈਆਂ। 200 ਫੁੱਟ ਡੂੰਘਾ ਇਹ ਬੋਰ ਹੈ। ਬੋਰ ਦੇ ਵਿੱਚੋਂ ਕਾਲਾ ਪਾਣੀ ਜਿਹੜਾ ਆਉਣ ਦੇ ਨਾਲ ਇਹ ਸਪਸ਼ਟ ਹੈ ਜੀ ਕਿ 200 ਫੁੱਟ ਡੂੰਘਾਈ ਤੱਕ ਜ਼ਹਿਰੀਲਾ ਪਾਣੀ ਜਿਹੜਾ ਜੀ ਉਹ ਚਲੇ ਗਿਆ ਔਰ ਇਹ ਪਾਣੀ ਪੀਣ ਯੋਗ ਨਹੀਂ ਜਿਹੜਾ ਜੀ ਉਹ ਰਿਹਾ। ਔਰ ਜਿੱਥੇ ਇਹ ਪਿੰਡ ਨੇ ਉੱਥੇ ਜਿੱਥੇ ਜਿਹੜੀ ਬਦਬੂ ਆ ਰਹੀ ਹੈ, ਜਿਹੜਾ ਪਾਣੀ ਖੜਾ ਮੁਸ਼ਕਿਆ ਹੋਇਆ, ਉਹਦੇ ਤੋਂ ਇਲਾਵਾ ਲੋਕਾਂ ਨੂੰ ਪੀਣ ਵਾਲੇ ਪਾਣੀ ਦੇ ਵਾਸਤੇ ਜਿਹੜਾ ਜੀ ਸ਼ਹਿਰਾਂ ਤੋਂ ਜਾ ਕੇ ਬੋਤਲਾਂ ਲਿਆਉਣੀਆਂ ਪੈ ਰਹੀਆਂ ਨੇ। ਨਹਾਉਣ ਧੋਣ ਦੇ ਵਾਸਤੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿੰਨੇ ਮੁਸ਼ਕਲ ਹਾਲਾਤਾਂ ਦੇ ਵਿੱਚੋਂ ਇਹ ਲੋਕ ਜਿਹੜਾ ਜੀ ਉਹ ਨਿਕਲ ਰਹੇ ਹੋਣਗੇ। ਇਹ ਕਿਹਾ ਜਾਂਦਾ ਸੀਗਾ ਜੀ ਕਿ ਜਿਹੜੀ ਅਗਲੀ ਜੰਗ ਹੈ ਉਹ ਪਾਣੀ ਦੇ ਵਾਸਤੇ ਹੋਣੀ ਹੈ। ਔਰ ਜਿਸ ਸੂਬੇ ਦਾ ਨਾਮ ਦਰਿਆਵਾਂ ਦੇ ਨਾਂ ਦੇ ਉੱਤੇ ਹੈ, ਲੱਗਦਾ ਉਹਦਾ ਨਾਂ ਸਿਰਫ ਜਿਹੜਾ ਜੀ ਉਹ ਆਬ ਦੇ ਨਾਂ ਦੇ ਉੱਤੇ ਰਹਿ ਜਾਊਗਾ। ਪਾਣੀ ਜਿਹੜਾ ਹੈ ਜੀ ਉਹਦੇ ਵਾਸਤੇ ਇਹ ਕੋਈ ਸੋਚ ਸਕਦਾ ਸੀਗਾ ਜੀ ਅੱਜ ਤੋਂ 10 ਸਾਲ ਪਹਿਲਾਂ ਕਿ ਪੰਜਾਬ ਦੇ ਲੋਕਾਂ ਨੂੰ ਪੀਣ ਵਾਲਾ ਪਾਣੀ ਜਿਹੜਾ ਜੀ ਉਹ ਮੁੱਲ ਲੈਣਾ ਪਊਗਾ। ਬਿਨਾਂ ਕਿਸੇ ਸ਼ੱਕ ਦੇ ਸਰਕਾਰਾਂ ਦੇ ਨਾਲ ਲੋਕ ਵੀ ਇਹਦੇ ਵਾਸਤੇ ਜ਼ਿੰਮੇਵਾਰ ਨੇ, ਜਿਨ੍ਹਾਂ ਦਾ ਅਵੇਸਲਾਪਨ ਜਿਹੜਾ ਜੀ ਉਹ ਅੱਜ ਤੱਕ ਜਿਹੜਾ ਜਾਰੀ ਹੈ। ਇੰਡਸਟਰੀ ਇਹਦੇ ਵਿੱਚ ਸਭ ਤੋਂ ਗੰਦਾ ਰੋਲ ਜਿਹੜਾ ਜੀ ਉਹ ਨਿਭਾ ਰਹੀ ਹੈ। ਇਹ ਲੋਕ ਮਹਿਜ਼ ਆਪਣੇ ਪੈਸੇ ਦੀ ਖਾਤਰ ਬੋਰ ਕਰਕੇ ਪਾਣੀ ਜਿਹੜਾ ਜੀ ਉਹ ਵਿੱਚ ਸੁੱਟੀ ਜਾ ਰਹੇ ਆ ਧਰਤੀ ਦੇ ਹੇਠ, ਗੰਦਾ ਮੰਦਾ ਸਭ ਜਿੰਨੇ ਕੈਮੀਕਲਸ ਵਾਲਾ ਪਾਣੀ। ਬਿਲਕੁਲ ਜੀ, ਦੇਖੋ ਲੋਕਾਂ ਦੀ ਤਾਂ ਜ਼ਿੰਦਗੀ ਬਰਬਾਦ ਹੈ ਨਾ ਇਸ ਕਰਕੇ। ਤੇ ਅੱਗੇ ਗੱਲ ਕਰਦੇ ਹਾਂ ਗਾਇਕਾਂ ਦੀ, ਜਿਹੜੇ ਇੱਕ ਦੂਜੇ ਨੂੰ ਧਮਕੀਆਂ ਦਿੰਦੇ ਸੀ 2 ਗਾਇਕ, ਹੁਣ ਉਹਨਾਂ ਦੀ ਫੂਕ ਨਿਕਲੀ। ਬਿਲਕੁਲ ਜੀ, ਐਕਚੁਅਲੀ ਇਹਨਾਂ ਨੇ ਜੋ ਜਿਹੜਾ ਜੀ ਉਹ ਗਾਂਧੀ ਕਹੋ ਜੀ ਪਾ ਰੱਖਿਆ ਪਿਛਲੇ ਕੁਝ ਹਫ਼ਤਿਆਂ ਤੋਂ, ਇੱਕ ਦੂਜੇ ਨੂੰ ਗਾਲਾਂ ਤੱਕ ਦੀ ਔਰ ਜਿਹੜਾ ਮਾਂ ਪਿਓ ਦੀ ਔਲਾਦ ਹੋਣ ਤੱਕ ਦੇ ਜਿਹੜੇ ਜੀ ਉਹ ਮਿਹਣੇ। ਕਿੱਥੇ ਰੰਮੀ ਰੰਧਾਵਾ ਜੀ ਉਹ ਕਹਿੰਦਾ ਉਹ ਸੱਭਿਆਚਾਰਕ ਗੀਤੀ ਗਾਉਂਦਾ, ਜਿਹੜੀ ਅਸੱਭਿਆਚਾਰਕ ਉਹਦੀ ਭਾਸ਼ਾ ਜਿਹੜੀ ਹੈ ਜੀ ਉਹ ਸਾਰਿਆਂ ਨੇ ਹੀ ਸੁਣੀ ਆ। ਇੱਕ ਉਹੋ ਜਿਹਾ ਜਿਹੜਾ ਜੀ ਗਾਇਕ ਜਿਹੜਾ ਐਮੀ ਇਹ ਹੈ ਜੀ ਮਾਫ਼ ਕਰਨਾ ਇੱਥੇ ਐਲੀ ਜਿਹੜਾ ਉਹ ਮਾਂਗਟ ਉਹ ਸੀਗਾ ਜੀ, ਉਹ ਇੰਨਾ ਭੁੱਤਰਿਆ ਜੀ ਕਿ ਉੱਥੋਂ ਕੈਨੇਡਾ ਤੋਂ ਤੁਰ ਪਿਆ ਔਰ ਇੱਥੇ ਮੁਹਾਲੀ ਦੇ ਵਿੱਚ ਆ ਕੇ ਇੱਕ ਵੱਡਾ ਟਕਰਾਓ ਜਿਹੜਾ ਸੀਗਾ ਜੀ ਉਹ ਟਲ ਗਿਆ, ਉਹ ਵੀ ਇਹਦੀ ਗ੍ਰਿਫਤਾਰੀ ਕਰਕੇ। ਨਹੀਂ ਤਾਂ ਜਿਸ ਕਿਸਮ ਦੇ ਆਪਣੀ ਜਿਹੜੀ ਜੀ ਉਹ ਮੰਡੀਰ ਲੈ ਕੇ ਉੱਥੇ ਇਹ ਪਹੁੰਚ ਗਿਆ ਸੀ, ਦੂਜੇ ਸਾਈਡ ਦੇ ਉੱਤੇ ਵੀ ਜਿਹੜਾ ਰੰਮੀ ਰੰਧਾਵਾ ਸੀਗਾ ਜਿਹਨੂੰ ਪਹਿਲਾਂ ਪੁਲਿਸ ਨੇ ਅਰੈਸਟ ਕੀਤਾ ਸੀਗਾ, ਜਦੋਂ ਇਹ ਲਾਈਵ ਹੋ ਕੇ ਉਹਦੀ ਪਾਰਕਿੰਗ ਦੇ ਵਿੱਚ ਦੱਸ ਰਿਹਾ, ਉਹਨੇ ਬਜਾਏ ਪੁਲਿਸ ਨੂੰ ਫੋਨ ਕਰਨ ਦੇ ਲਾਈਵ ਹੋ ਕੇ ਧਮਕੀਆਂ ਦੇ ਉੱਤੇ ਫਿਰ ਜਿਹੜਾ ਜੀ ਉਹ ਤੁਰ ਪਿਆ। ਔਰ ਐਲੀ ਮਾਗਟ ਜਿਹੜਾ ਜੀ ਉਹਨੂੰ ਕੱਲ ਜਿਹੜਾ ਸੀ ਅਦਾਲਤ ਦੇ ਵਿੱਚ ਪੇਸ਼ ਕੀਤਾ ਅਰੈਸਟ ਕਰਕੇ। 2 ਦਿਨ ਦਾ ਉਹਦਾ ਪੁਲਿਸ ਰਿਮਾਂਡ ਜਿਹੜਾ ਜੀ ਉਹ ਮਿਲਿਆ। ਪੁਲਿਸ ਹੁਣ ਕਹਿੰਦੀ ਹੈ ਕਿ ਜਿਹੜਾ ਐਲੀ ਮਾਗਟ ਹੈ ਇਹਦੇ ਗੈਂਗਸਟਰਾਂ ਦੇ ਨਾਲ ਸੰਬੰਧ ਨੇ। ਇਹ ਵੀ ਪਤਾ ਲੱਗਿਆ ਜੀ ਕਿ ਜਿਹੜੇ ਗੈਂਗਸਟਰ ਨੇ ਜਿਨ੍ਹਾਂ ਨੂੰ ਇਹ ਮਹੀਨਾ ਦਿੰਦੇ ਆ ਗਾਇਕ ਜਿਹੜੇ ਆ ਜੀ ਡਰਪੋਕ ਜਿਹੜੇ ਇਹ ਤਕਰੀਬਨ ਦਿੰਦੇ ਆ, ਉਹਨਾਂ ਜਿਹੜੇ ਗੈਂਗਸਟਰ ਨੇ ਉਹਨਾਂ ਦੇ ਰਾਹੀਂ ਇਹ ਵਿਦੇਸ਼ਾਂ ਦੇ ਵਿੱਚ ਕਈ ਜਿਹੜੇ ਪ੍ਰਮੋਟਰ ਆ ਉਹਨਾਂ ਨੂੰ ਧਮਕਾਉਂਦੇ ਵੀ ਆ ਬਾਅਦ ਦੇ ਵਿੱਚ ਕਿ ਇੰਨੇ ਜਿਹੜੇ ਜੀ ਤੂੰ ਨਾ ਦਿੱਤੇ ਤੇ ਫਿਰ ਆਹ ਗੈਂਗਸਟਰ ਜਿਹੜਾ ਜੀ ਉਹ ਤੇਰੇ ਤੋਂ ਪੈਸੇ ਜਿਹੜੇ ਉਹ ਕਢਵਾਊਗਾ। ਔਰ ਜੇ ਤੁਹਾਨੂੰ ਯਾਦ ਹੋਵੇ ਤਾਂ ਕੁਝ ਸਮਾਂ ਪਹਿਲਾਂ ਕੈਨੇਡਾ ਤੋਂ ਆਇਆ ਇੱਕ ਜਿਹੜਾ ਪ੍ਰਮੋਟਰ ਸੀਗਾ, ਉਹਨੂੰ ਧਮਕੀ ਜਿਹੜੀ ਇੱਥੇ ਮਿਲੀ ਸੀ, ਇਹ ਸਾਰਾ ਉਹ ਕਾਰਾ ਹੈ ਜੀ। ਔਰ ਇਹਦੇ ਵਿੱਚ
ਰਮੀ ਰੰਧਾਵਾ ਜਿਹੜਾ ਜੀ ਉਹ ਵੀ ਕਿਹਾ ਜਾਂਦਾ ਕਿ ਉਹਦੀ ਵੀ ਇਨਵੋਲਵਮੈਂਟ ਇਸ ਤਰ੍ਹਾਂ ਦੀ ਜਿਹੜੀ ਹੈ, ਉਹ ਵੀ ਗੈਂਗਸਟਰਾਂ ਦੇ ਰੂਪ ਦੇ ਵਿੱਚ ਧਮਕੀ ਜਿਹੜੀ ਜੀ ਉਹ ਦਵਾਉਂਦਾ। ਐਲੀ ਮਾਂਗਟ ਨੇ ਜੋ ਧਮਕੀਆਂ ਜਿਹੜੀਆਂ ਰਮੀ ਰੰਧਾਵਾ ਨੂੰ ਦਿੱਤੀਆਂ ਨੇ ਜਿਹੜੀਆਂ ਦੀ ਸੋਸ਼ਲ ਮੀਡੀਆ ਦੇ ਉੱਤੇ, ਉਹ ਲੋਕਾਂ ਨੇ ਸਾਰਿਆਂ ਨੇ ਦੇਖੀਆਂ ਨੇ। ਜਦੋਂ ਇਹਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤਾਂ ਉਹ ਕਹਾਵਤ ਹੈ ਨਾ ਜੀ ਕਿ ਬੜਕ ਮਾਰਦਾ ਮਹਿਸਾਨ ਹੈ, ਅੱਗੋਂ ਡਾਂਗ ਪਈ ਕਹਿੰਦਾ ਜੀ ਗਊ ਦਾ ਜਾਇਆ। ਤੋ ਹੱਥ ਜੋੜ ਕੇ ਜਿਹੜਾ ਜੀ ਕਹਿੰਦਾ ਕਿ ਉਹ ਮਹਿਜ਼ ਇੱਕ ਜਿਹੜਾ ਸੀਗਾ ਜੀ ਧਮਕੀ ਦੇ ਕਰਕੇ ਇੱਥੇ ਆ ਗਿਆ, ਨਹੀਂ ਤਾਂ ਉਹ ਲੜਨਾ ਉਹਦਾ ਕੋਈ ਮਕਸਦ ਨਹੀਂ ਸੀਗਾ। ਕਿਉਂਕਿ ਜਿਹੜਾ ਹੁਣ ਇਹਦੇ ਵਿੱਚ ਇੱਕ ਧਾਰਾ ਜਿਹੜੀ ਐਲੀ ਮਾਂਗਟ ਦੇ ਉੱਤੇ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦੀ ਵੀ 295 ਏ ਜਿਹੜੀ ਆ ਉਹ ਲਾ ਦਿੱਤੀ ਗਈ ਆ। ਜਿਹੜਾ ਇਹਦਾ ਵਕੀਲ ਸੀਗਾ ਉਹ ਅਦਾਲਤ ਦੇ ਵਿੱਚ ਪੇਸ਼ ਹੋ ਕੇ ਜਿਹੜਾ ਜੀ ਕਹਿੰਦਾ ਕਿ ਇਹ ਲੜਨ ਨਹੀਂ ਸੀ ਗਿਆ, ਇਹਨੇ ਤਾਂ ਗਾਣਾ ਸ਼ੂਟ ਕਰਨਾ ਸੀਗਾ ਆਪਣਾ, ਤੇ ਉਹਦੀ ਲੋਕੇਸ਼ਨ ਵੇਖਣ ਦੇ ਵਾਸਤੇ ਜਿਹੜਾ ਜੀ ਉੱਥੇ ਗਿਆ ਸੀਗਾ। ਕੈਨੇਡਾ ਤੋਂ ਚੱਲ ਕੇ ਇੱਥੇ ਲੋਕੇਸ਼ਨ ਜਿਹੜਾ ਉਹ ਦੇਖਣ ਆਇਆ ਸੀਗਾ, ਮੋਟਰਸਾਈਕਲਾਂ ਦੇ ਉੱਤੇ ਨਾਲ ਜਿਹੜੇ ਜੀ ਉਹ ਗੁੰਡੇ ਕਿਸਮ ਦੇ ਲੋਕਾਂ ਨੂੰ ਲੈ ਕੇ। ਸੋ ਉਮੀਦ ਹੈ ਜੀ ਕਿ ਇਹਨਾਂ ਦੋਨਾਂ ਤੋਂ ਬਾਅਦ ਕੁਝ ਮਾੜੀ ਮੋਟੀ ਅਕਲ ਜਿਹੜੀ ਹੈ ਜੀ ਅਜਿਹੇ ਹਿੰਦੂ ਟਾਈਪ ਦੇ ਜਿਹੜੇ ਕਲਾਕਾਰ ਨੇ ਉਹਨਾਂ ਨੂੰ ਜ਼ਰੂਰ ਆਊਗੀ। ਇਹ ਵੀ ਕਿਹਾ ਜਾ ਰਿਹਾ ਕਿ ਇਹਨਾਂ ਦਾ ਦਾਲ ਫੁਲਕਾ ਅੱਜ ਕੱਲ੍ਹ ਜਿਹੜਾ ਜੀ ਉਹ ਚੱਲਦਾ ਨੀਗਾ, ਸ਼ੋਅ ਉਂਝ ਜਿਹੜੇ ਜੀ ਉਹ ਖਤਮ ਹੋ ਗਏ, ਤੇ ਜਿਹੜੀਆਂ ਮੁੱਲ ਦੀਆਂ ਲਾਈਕ ਤੇ ਕਮੈਂਟਸ ਜਿਹੜੇ ਉਹ ਲੈਂਦੇ ਸੀਗੇ ਉਧਰੋਂ ਵੀ ਜਿਹੜਾ ਜੀ ਉਹ ਘਟ ਗਿਆ, ਕਿਉਂਕਿ ਸ਼ੋਆਂ ਤੋਂ ਪੈਸੇ ਬਣਾ ਕੇ ਉਹਦੇ ਉੱਤੇ ਖਰਚਦੇ ਸੀਗੇ। ਇਸ ਕਰਕੇ ਇਹ ਦੋਨਾਂ ਦੇ ਵੱਲੋਂ ਕੋਈ ਘੜੀ ਗਈ ਸਕੀਮ ਵੀ ਜਿਹੜੀ ਉਹ ਹੋ ਸਕਦੀ ਹੈ ਤਾਂ ਕਿ ਇਹਦੇ ਨਾਲ ਪ੍ਰਸਿੱਧੀ ਲਈ ਜਾ। ਪਰ ਲੋਕਾਂ ਨੂੰ ਵੀ ਸਮਝਣਾ ਪਊਗਾ ਇਹੋ ਜਿਹੇ ਘਟੀਆ ਕਾਰੇ, ਇਹੋ ਜਿਹੀਆਂ ਧਮਕੀਆਂ, ਇਹੋ ਜਿਹੇ ਲੋਕਾਂ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰਨੀ ਚਾਹੀਦੀ ਆ। ਤੇ ਅੱਗੇ ਆਪਾਂ ਕਾਟਨ ਬੈਲਟ ਦੀ ਜੇ ਗੱਲ ਕਰੀਏ, ਉਸ ਨੂੰ ਵੀ ਨਸ਼ਿਆਂ ਦਾ ਗ੍ਰਹਿਣ ਲੱਗਾ। ਬਿਲਕੁਲ ਜੀ, ਜਿਹੜੇ ਇਹ ਚਿੱਟਾ ਸੋਨਾ ਕਹਿੰਦੇ ਸੀਗੇ ਜੀ ਕਿਸੇ ਟਾਈਮ, ਇਹਨੂੰ ਨਰਮਾ ਬੈਲਟ ਜਿਹੜੀ ਕਾਟਨ ਬੈਲਟ ਹੈ, ਇੱਥੇ ਜਿਹੜਾ ਚਿੱਟਾ ਸੋਨਾ ਉਗਾਉਣ ਵਾਲੀ ਧਰਤੀ ਇਹ ਜਿਹੜੀ ਸੀਗੀ, ਅੱਜ ਇਹਨੂੰ ਵੀ ਨਸ਼ਿਆਂ ਦਾ ਗ੍ਰਹਿਣ ਜਿਹੜਾ ਜੀ ਉਹ ਲੱਗ ਗਿਆ ਜੀ। ਔਰ ਜਿਹੜੇ ਰਜਵਾਹੇ ਨੇ ਜਾਂ ਖਾਲੀ ਥਾਂ ਜਿਹੜੇ ਪਏ ਨੇ ਉੱਥੇ ਸਰਿੰਜਾਂ ਜਿਹੜੀਆਂ ਦੀ ਉਹ ਅਕਸਰ ਡਿੱਗੀਆਂ ਪਈਆਂ ਦੇਖੀਆਂ ਜਾ ਸਕਦੀਆਂ ਨੇ। ਇੱਥੋਂ ਦੇ ਜਿਹੜੇ ਨੌਜਵਾਨ ਨੇ ਉਹਨਾਂ ਦੀਆਂ ਵਿੰਨੀਆਂ ਬਾਹਾਂ, ਵਿੰਨੀਆਂ ਹੋਈਆਂ ਲੱਤਾਂ ਜਿਹੜੀਆਂ ਉਹ ਦੇਖੀਆਂ ਜਾ ਸਕਦੀਆਂ ਨੇ। ਪਿੰਡਾਂ ਦੇ ਵਿੱਚ ਜਿਹੜੇ HIV ਪੋਜ਼ਿਟਿਵ ਨੇ ਜੀ ਉਹ ਬਹੁਤ ਸਾਰੇ ਨੌਜਵਾਨ ਹੋ ਗਏ, ਕਿਉਂਕਿ ਇੱਕ ਇੱਕ ਸਰਿੰਜ ਜਿਹੜੀ ਆ ਉਹ 30 ਜਾਣੇ ਜਿਹੜਾ ਜੀ ਉਹ ਲਾਈ ਜਾਂਦੇ ਆ। ਜਿਹੜੇ ਇਹ ਕਿਹਾ ਜਾਂਦਾ ਹੈ ਕਿ ਪੰਜਾਬ ਦੇ ਹੱਥ ਤੇ ਪੈਂਦੀ ਰਾਮਾ ਮੰਡੀ ਦੀ ਕਮਾਲੂ ਰੋਡ ਤੇ ਇੱਕ ਛੋਟੀ ਜਿਹੀ ਦੁਕਾਨ ਦੇ ਫੱਟੇ ਤੇ ਬੈਠੀ ਇੱਕ ਮਾਂ ਜਿਹੜੀ ਆ, ਜਦੋਂ ਉਹ ਦੇਖਦੀ ਆ ਇੱਕ ਪੈਂਫਲੇਟ ਜਿਹਦੇ ਉੱਤੇ ਨਸ਼ਾ ਛਡਾਊ ਜਿਹੜੇ ਕੁਝ ਅੱਖਰ ਲਿਖੇ ਨੇ, ਤਾਂ ਉਹ ਕਹਿੰਦੀ ਆ ਕਿ ਉਹਦਾ ਪੁੱਤ ਤਾਂ ਜਿਹੜਾ ਜੀ ਉਹ ਲੱਗ ਗਿਆ ਚਿੱਟੇ ਦੇ ਉੱਤੇ ਜਿਹੜਾ ਜੀ। ਤੇ ਉਹਨੂੰ ਜਦੋਂ ਇਹ ਪੁੱਛਿਆ ਕਿ ਕਿੱਥੇ ਲੱਗਾ ਮੁੰਡਾ, ਤਾਂ ਉਹ ਕਹਿੰਦੀ ਚਿੱਟੇ ਤੇ ਲੱਗਿਆ ਜੀ। ਨਸ਼ਾ ਛਡਾਊ ਸੈਂਟਰਾਂ ਦੇ ਵਿੱਚ ਕੀ ਪਿਆ, ਉਹ ਕਹਿੰਦੀ ਆ ਕਿ ਉੱਥੇ ਤਾਂ ਗੋਲੀਆਂ ਨਸ਼ਾ ਛਡਾਊ ਸੈਂਟਰਾਂ ਦੇ ਵਿੱਚ ਦਿੱਤੀਆਂ ਜਾਂਦੀਆਂ ਨੇ, ਉਹ ਦੂਜੇ ਗੋਲੀਆਂ ਦੇ ਉੱਤੇ ਜਿਹੜਾ ਜੀ ਉਹ ਲਾ ਦਿੰਦੇ ਆ। ਜਿਹੜੇ ਇਹ ਔਰਤਾਂ ਨੇ ਜੀ ਉਹ ਘਰਾਂ ਦੇ ਵਿੱਚ ਰਹਿ ਗਈਆਂ ਨੇ ਇਕੱਲੀਆਂ। ਉਹ ਇਹ ਕਹਿੰਦੀਆਂ ਨੇ ਕਿ ਉਹਨਾਂ ਨੇ 2-2 ਪੀੜ੍ਹੀਆਂ ਜਿਹੜੀਆਂ ਦੀ ਉਹ ਗਵਾ ਲਈਆਂ ਨੇ ਇਹਨਾਂ ਨਸ਼ਿਆਂ ਦੇ ਵਿੱਚ। ਔਰ ਅੱਜ ਜਿਹੜੀਆਂ ਸਰਿੰਜਾਂ ਨੇ ਛੋਟੀਆਂ ਛੋਟੀਆਂ, ਉਹਨੇ ਐਸਾ ਕਹਿਰ ਜਿਹੜਾ ਜੀ ਢਾਇਆ ਪੰਜਾਬ ਦੀ ਇਸ ਨਰਮਾ ਬੈਲਟ ਦੇ ਉੱਤੇ ਕਿ ਕੋਈ ਪਿੰਡ ਜਿਹੜਾ ਜੀ ਇਹਦੀ ਲਾਗ ਤੋਂ ਬਚ ਨਹੀਂ ਸਕਿਆ। ਗੱਲ ਸਿਰਫ ਮੁੰਡਿਆਂ ਤੱਕ ਸੀਮਤ ਜਿਹੜੀ ਉਹ ਨਹੀਂ ਰਹੀ, ਕੁੜੀਆਂ ਵੀ ਜਿਹੜੀਆਂ ਉਹ ਸਰਿੰਜਾਂ ਦੇ ਨਾਲ ਉਹਨਾਂ ਦੀਆਂ ਬਾਹਾਂ ਤੇ ਲੱਤਾਂ ਜਿਹੜੀਆਂ ਉਹ ਵਿੰਨੀਆਂ ਪਈਆਂ ਨੇ। ਇਦੋਂ ਵੀ ਗੱਲ ਅੱਗੇ ਜਿਹੜੀ ਜੀ ਉਹ ਚਲੇਗੀ ਆ ਕਿ ਜਿਹੜੀਆਂ ਲੜਕੀਆਂ ਨੇ ਉਹ HIV ਜਿਹੜੀਆਂ ਪੀੜਤ ਉਹ ਵੀ ਨੇ। ਬਿਰਧ ਮਾਂ ਜਿਹੜੀ ਹੈ ਜੀ ਇੱਕ ਬੱਚੇ ਦੀ ਦੱਸਦੀ ਆ ਕਿ ਉਹਦੀ ਕੁੜੀ ਕੁਛ ਨਹੀਂ ਛੱਡਦੀ, ਪੈਂਚਰ ਲਾਉਣ ਵਾਲਾ ਜਿਹੜਾ ਸੋਲੂਸ਼ਨ ਹੁੰਦਾ ਉਹਦੀਆਂ ਕਈ ਟਿਊਬਾਂ ਪੀ ਜਾਂਦੀ ਆ ਉਹ ਨਸ਼ਾ ਜਿਹੜਾ ਜੀ ਉਹ ਕਰਨ ਦੇ ਵਾਸਤੇ। ਵੱਡੇ ਜਿਹੜੇ ਸੇਠ ਨੇ ਉਹਨਾਂ ਦੇ ਮੁੰਡੇ ਵੀ ਇਹਦੇ ਤੋਂ ਜਿਹੜਾ ਜੀ ਉਹ ਬਚੇ ਨਹੀਂ। ਰਾਮਾ ਮੰਡੀ ਚੋਂ ਕਰੀਬ 5-6% ਪਰਿਵਾਰ ਆਪਣੇ ਬੱਚਿਆਂ ਨੂੰ ਚਿੱਟੇ ਤੋਂ ਬਚਾਉਣ ਦੇ ਵਾਸਤੇ ਬਠਿੰਡਾ ਸ਼ਿਫਟ ਕਰ ਗਏ। ਉੱਥੋਂ ਦੇ ਜਿਹੜੇ ਹੈਗੇ ਨੇ MC ਤੇ ਕਾਂਗਰਸ ਦੇ ਜਿਹੜੇ ਦੀ ਆਗੂ, ਉਹ ਮੁੱਖ ਮੰਤਰੀ ਨੂੰ ਅਪੀਲ ਕਰਦੇ ਆ ਕਿ ਹੋਰ ਤਾਂ ਸਾਨੂੰ ਏਰੀਏ ਤੁਸੀਂ ਕੁਝ ਨਹੀਂ ਦੇਣਾ, ਇੱਕ ਨਸ਼ਾ ਛਡਾਊ ਸੈਂਟਰ ਹੀ ਖੋਲ ਦਿਓ ਜਿੱਥੇ ਅਸੀਂ ਆਪਣੇ ਨਿਆਣਿਆਂ ਨੂੰ ਜਿਹੜਾ ਜੀ ਉਹ ਜਮ੍ਹਾਂ ਕਰਾ ਕੇ ਕੋਸ਼ਿਸ਼ ਤਾਂ ਕਰ ਲਈਏ ਕਿ ਇਹ ਬਚਦੇ ਨੇ ਜਾਂ ਨਹੀਂ। ਪਰ ਹਾਲਾਤ ਇਹ ਨੇ ਕਿ ਅੱਜ ਤੁਸੀਂ ਦੇਖੋ, ਕਿਸੇ ਟਾਈਮ ਲੋਕ ਆਪਣੇ ਏਰੀਆਜ਼ ਦੇ ਵਿੱਚ ਸਕੂਲ ਮੰਗਦੇ ਸੀ, ਹਸਪਤਾਲ ਮੰਗਦੇ ਸੀ, ਹੁਣ ਉਹ ਕਹਿੰਦੇ ਆ ਕਿ ਇੱਕ ਨਸ਼ਾ ਛਡਾਊ ਸੈਂਟਰ ਜਿਹੜਾ ਜੀ ਉਹ ਖੋਲ ਦਿਓ
ਤੇ ਹੋ ਸਕਦਾ ਹੈ ਕਿ ਅਸੀਂ ਉਹਦੇ ਨਾਲ ਕੁਝ ਜਿਹੜੀ ਜੀ ਰਾਹਤ ਪਾ ਲਈਏ। ਇੰਨੇ ਤਰਲਿਆਂ ਦੇ ਉੱਤੇ ਜਿਹੜਾ ਜੀ ਉਹ ਲੋਕ ਉਤਰ ਆਏ ਨੇ, ਕੁਛ ਨਹੀਂ ਜਿਹੜਾ ਉਹ ਲੱਭ ਰਿਹਾ ਲੋਕਾਂ ਨੂੰ, ਕੁਛ ਨਹੀਂ ਸੁੱਝ ਰਿਹਾ ਕਿ ਇਹ ਹਾਲਾਤ ਕਦੋਂ ਉਹਨਾਂ ਦੇ ਹੱਥੋਂ ਜਿਹੜਾ ਜੀ ਉਹ ਨਿਕਲ ਗਏ। ਕਈ ਮਹੀਨਿਆਂ ਦੇ ਵਿੱਚ ਅੱਜ ਲੋਕਾਂ ਦੇ ਹੱਥਾਂ ਦੇ ਵਿੱਚੋਂ ਹਾਲਾਤ ਜਿਹੜੇ ਜੀ ਉਹ ਨਿਕਲ ਗਏ। ਸਰਕਾਰਾਂ ਇਸ ਮਾਮਲੇ ਦੇ ਉੱਤੇ ਕੋਈ ਧਿਆਨ ਦੇਣ ਦੇ ਵਾਸਤੇ ਜਿਹੜੀਆਂ ਉਹ ਤਿਆਰ ਨਹੀਂ। ਕਿੰਨੀਆਂ ਉਦਾਸ ਕਰਨ ਵਾਲੀਆਂ ਖਬਰਾਂ ਆ ਕਿ ਉਹ ਕੀ ਕਰਦੇ ਹੋਣਗੇ ਮਾਪੇ। ਤੇ ਇਸੇ ਦੇ ਨਾਲ ਰਲਦੀ ਜੇ ਗੱਲ ਕਰੀਏ ਤਾਂ ਅਕਾਲੀਆਂ ਨੇ ਤ੍ਰਿਪਤ ਬਾਜਵਾ ਦੇ ਸੰਬੰਧ ਵੀ ਤਸਕਰਾਂ ਦੇ ਨਾਲ ਦੱਸੇ। ਬਸ ਜੀ ਆਹ ਕੁਛ ਹੈ, ਇੱਕ ਦੂਜੇ ਦੇ ਉੱਤੇ ਜਿਹੜਾ ਜੀ ਉਹ ਦੋਸ਼ ਲਾਈ ਚੱਲੋ, ਲੋਕਾਂ ਨੂੰ ਮੂਰਖ ਜਿਹੜਾ ਜੀ ਉਹ ਬਣਾਈ ਚੱਲੋ। ਪਹਿਲਾਂ ਕਿਸੇ ਟਾਈਮ ਕਾਂਗਰਸੀ ਅਜਿਹੇ ਦੋਸ਼ ਜਿਹੜੇ ਜੀ ਅਕਾਲੀਆਂ ਦੇ ਉੱਤੇ ਲਾਉਂਦੇ ਹੁੰਦੇ ਸੀਗੇ। ਅੱਜ ਕਿਉਂਕਿ ਉਹ ਸੱਤਾਧਾਰੀ ਹੋ ਗਏ, ਉਹ ਵਿਰੋਧੀਆਂ 'ਚ ਚਲੇ ਗਏ, ਅੱਜ ਉਹੀ ਦੋਸ਼ ਜਿਹੜੇ ਆ ਜੀ ਉਹ ਅਕਾਲੀ ਕਾਂਗਰਸੀਆਂ ਦੇ ਉੱਤੇ ਲਾਈ ਜਾਂਦੇ ਆ। ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਦੇ ਵੱਲੋਂ ਬਾਦਲ ਪਰਿਵਾਰ ਦੇ ਉੱਤੇ ਅਕਾਲ ਤਖਤ ਦੀ ਤੋਹੀਨ ਕਰਨ ਦੇ ਲਾਏ ਦੋਸ਼ਾਂ ਤੋਂ ਬਾਅਦ ਜਿਹੜਾ ਮਾਝਾ ਜ਼ੋਨ ਹੈ, ਇੱਥੋਂ ਦੇ ਅਕਾਲੀ ਆਗੂ ਨੇ ਕਾਹਲੋਂ ਉਹਨੇ ਪਲਟਵਾਰ ਕਰਦਿਆਂ ਹੋਇਆ ਤ੍ਰਿਪਤ ਰਜਿੰਦਰ ਬਾਜਵਾ ਨੂੰ ਨਿਸ਼ਾਨਾ ਬਣਾਇਆ। ਦੋਸ਼ ਇਹ ਲਾਇਆ ਕਿ ਕਾਂਗਰਸੀ ਮੰਤਰੀ ਦਾ ਸੰਬੰਧ ਨਜਾਇਜ਼ ਜਿਹੜਾ ਨਸ਼ੇ ਵੇਚਣ ਵਾਲਿਆਂ ਦੇ ਨਾਲ ਹੈ। ਉਹਨੇ ਇੱਕ ਵੀਡੀਓ ਵੀ ਜਿਹੜੀ ਜੀ ਉਹ ਜਾਰੀ ਕੀਤੀ। ਇਹ ਵੀਡੀਓ ਐਕਸਾਈਜ਼ ਵਿਭਾਗ ਦੇ ਵੱਲੋਂ ਇੱਕ ਕਾਂਗਰਸੀ ਸਰਪੰਚ ਦੇ ਘਰ ਕੀਤੀ ਛਾਪੇਮਾਰੀ ਦੇ ਨਾਲ ਸੰਬੰਧਿਤ ਹੈ, ਜਿਹਦੇ ਵਿੱਚ ਕਾਂਗਰਸੀ ਵਿਭਾਗ ਦੇ ਅਧਿਕਾਰੀ ਨੂੰ ਇਹ ਕਹਿੰਦਾ ਹੈ ਕਿ ਉਹ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਦਾ ਨੇੜਲਾ ਅਕਾਲੀ ਆਗੂ ਜਿਹੜਾ ਜੀ ਦਾਅਵਾ ਇਹ ਕਰਦਾ ਹੈ ਕਿ ਵੀਡੀਓ ਦੇ ਵਿੱਚ ਦਿਖਾਈ ਦੇ ਰਿਹਾ ਕਾਂਗਰਸੀ ਆਗੂ ਫਤਿਹਗੜ੍ਹ ਚੂੜੀਆਂ ਵਿਧਾਨ ਸਭਾ ਹਲਕੇ ਦੇ ਪਿੰਡ ਖਹਿਰਾ ਕਲਾਂ ਦੇ ਸਰਪੰਚ ਹਕੀਕਤ ਰਾਏ ਆ, ਜਿਹੜਾ ਕਿ ਕੈਬਨਿਟ ਮੰਤਰੀ ਦਾ ਸਾਥੀ ਹੈ। ਇਹ ਆਗੂ ਵੀ ਕਹਿੰਦਾ ਹੈ ਕਿ ਨਜਾਇਜ਼ ਨਸ਼ਿਆਂ ਦਾ ਧੰਦਾ ਕਰਨ ਵਾਲਿਆਂ ਦੀ ਸਰਪ੍ਰਸਤੀ ਕਰਨ ਵਾਲੇ ਕਾਂਗਰਸੀ ਮੰਤਰੀਆਂ ਨੂੰ ਸਰਕਾਰ ਤੋਂ ਹਟਾਇਆ ਜਾਵੇ, ਜਿਵੇਂ ਅਕਾਲੀਆਂ ਨੇ ਸ਼ਾਇਦ ਜਿਹੜੇ ਜੀ ਉਹ ਹਟਾ ਦਿੱਤੇ ਸੀਗੇ ਉਸ ਟਾਈਮ। ਸਰਪੰਚ ਪਹਿਲਾਂ ਵੀ ਦੋਸ਼ਾਂ ਦੇ ਵਿੱਚ ਘਿਰਿਆ ਹੋਇਆ ਔਰ ਦਾਅਵਾ ਇਹ ਕਰਦਾ ਕਿ ਪਹਿਲਾਂ ਵੀ ਪਿੰਡ ਖਹਿਰਾ ਕਲਾਂ ਦੇ ਵਿੱਚ 1 ਦਰਜਨ ਤੋਂ ਵੱਧ ਨੌਜਵਾਨ ਜਿਹੜੇ ਨਸ਼ਿਆਂ ਦਾ ਸ਼ਿਕਾਰ ਹੋ ਕੇ ਮਰ ਚੁੱਕੇ ਨੇ। ਯੂਥ ਅਕਾਲੀ ਇਹ ਵੀ ਕਹਿੰਦਾ ਹੈ ਕਿ ਨਿਰਪੱਖ ਏਜੰਸੀ ਤੋਂ ਜਾਂਚ ਜਿਹੜੀ ਉਹ ਕਰਵਾਈ ਜਾਵੇ ਤੇ ਜਾਂਚ ਤੋਂ ਪਹਿਲਾਂ ਕਾਂਗਰਸੀ ਮੰਤਰੀ ਨੂੰ ਸਾਰੇ ਸਰਕਾਰੀ ਅਹੁਦਿਆਂ ਤੋਂ ਤੁਰੰਤ ਫਾਰਗ ਕੀਤਾ ਜਾਵੇ। ਹੁਣ ਸਵਾਲ ਫਿਰ ਉਹੀ ਜਿਹੜਾ ਜੀ ਆ ਗਿਆ ਕਿ ਕਿਹੜੀ ਜਾਂਚ 10 ਸਾਲ ਜਦੋਂ ਸਰਕਾਰ ਰਹੀ, ਜਦੋਂ ਇਹ ਨਸ਼ਾ ਪਨਪਿਆ, ਇਹਨਾਂ ਨੇ ਜਿਹੜੀ ਜੀ ਉਹ ਕਰਵਾਈ ਔਰ ਕਿਹੜੇ ਆਗੂ ਸੀ ਜਿਨ੍ਹਾਂ ਨੂੰ ਉਸ ਟਾਈਮ ਜਿਹੜਾ ਜੀ ਉਹ ਫਾਰਗ ਕੀਤਾ ਗਿਆ। ਹਾਲਾਤ ਜਿਹੜੇ ਨੇ ਨਾ ਜੀ ਮਿਲ ਕੇ ਚੱਲਣ ਵਾਲੀ ਜਿਹੜੀ ਗੱਲ ਹੈ ਜੀ ਉਹ ਇਹੀ ਆ ਕਿ ਇੱਕ ਦੂਜੇ ਦੇ ਉੱਤੇ ਦੋਸ਼ ਲਾ ਕੇ ਦਿਨ ਕੱਟੀ ਜਿਹੜੀ ਹੈ ਜੀ ਉਹ ਕਰੀ ਚੱਲੋ। ਇਹ ਤੋਂ ਇਲਾਵਾ ਹੋਰ ਕੁਝ ਜਿਹੜਾ ਜੀ ਉਹ ਕਰਨ ਦੀ ਜ਼ਰੂਰਤ ਨਹੀਂ। ਜੇ ਤੁਸੀਂ ਅੱਜ ਤੋਂ 3 ਸਾਲ ਪਹਿਲਾਂ 3.5 ਸਾਲ ਪਹਿਲਾਂ ਵਾਲੇ ਜਿਹੜਾ ਜੀ ਉਹ ਖਬਰਾਂ ਕੱਢ ਲਓ, ਉਹਦੇ ਵਿੱਚ ਇਸੇ ਤਰ੍ਹਾਂ ਦੇ ਬਿਆਨ ਹੋਣਗੇ, ਪਰ ਉਦੋਂ ਬਿਆਨ ਜਿਹੜੇ ਜੀ ਉਹ ਲਾਉਣ ਵਾਲੇ ਅੱਜ ਸੱਤਾਧਾਰੀ ਨੇ ਤੇ ਉਦੋਂ ਉਸ ਟਾਈਮ ਜਿਹੜਾ ਜੀ ਉਹ ਵਿਰੋਧੀ ਧਿਰ ਦੇ ਵਿੱਚ ਸੀ। ਜਿਹੜੇ ਅੱਜ ਬਿਆਨ ਲਾ ਰਹੇ ਆ ਉਹ ਵਿਰੋਧੀ ਧਿਰ ਦੇ ਵਿੱਚ ਬੈਠੇ ਨੇ, ਜਦੋਂ ਕਿ ਬਿਆਨ ਜਿਹੜੇ ਲੱਗ ਰਹੇ ਦੋਸ਼ ਆ ਉਹ ਸੱਤਾਧਾਰੀਆਂ ਦੇ ਉੱਤੇ ਜਿਹੜਾ ਜੀ ਉਹ ਲੱਗ ਰਹੇ ਆ। ਤੋ ਇਹ ਫਰਕ ਸਿਰਫ ਇੰਨਾ ਹੀ ਆ ਕਿ ਨਾਵਾਂ ਦਾ ਫਰਕ ਹੈ, ਅਦਰਵਾਈਜ਼ ਹੋਰ ਕੁਝ ਫਰਕ ਨਹੀਂ। ਬਿਲਕੁਲ ਜੀ, ਕਿਸਮਤ ਤੇ ਲੋਕਾਂ ਦੀ ਮਾੜੀ ਹੈ, ਪਰ ਲੋਕ ਵੀ ਸਮਝਦੇ ਨੇ ਜਦੋਂ ਵੋਟਾਂ ਪੈਣੀਆਂ ਹੁੰਦੀਆਂ। ਤੇ ਅੱਗੇ ਏਜੰਸੀਆਂ ਦੀ ਗੱਲ ਕੀਤੀ ਆ, ਉਹਨਾਂ ਨੇ ਨਵੀਆਂ ਰਿਪੋਰਟਾਂ ਡਰੱਗ ਸੰਬੰਧੀ ਪੇਸ਼ ਕੀਤੀਆਂ। ਐਕਚੁਅਲੀ ਜੀ ਇਹ ਮਾਮਲਾ ਹਾਈ ਕੋਰਟ ਦੇ ਵਿੱਚ, ਕਿਉਂਕਿ ਹਾਈ ਕੋਰਟ ਲਗਾਤਾਰ ਇਹਦੇ ਉੱਤੇ ਜਿਹੜੀ ਖਿਚਾਈ ਕਰ ਰਹੀ ਹੈ। ਜਿੰਨੇ ਜੁਗੀ ਹੈ ਜੀ ਉਹਨੇ ਪਿਛਲੇ ਦਿਨੀ STF ਦੇ ਮੁਖੀ ਨੂੰ ਵੀ ਸੱਦਿਆ ਸੀਗਾ, ਉਹਨੇ DGP ਨੂੰ ਵੀ ਜਿਹੜਾ ਜੀ ਉਹ ਸੱਦਿਆ ਸੀਗਾ। ਇਹ ਪੁੱਛਿਆ ਸੀਗਾ ਕਿ ਜਿਹੜੀਆਂ ਹਦਾਇਤਾਂ ਜਾਰੀ ਕੀਤੀਆਂ ਨੇ ਉਹਨਾਂ ਦਾ ਕੀ ਬਣਿਆ। ਔਰ ਹੁਣ ਜਿਹੜਾ ਜੀ ਪੰਜਾਬ ਦੇ ਵਿੱਚ ਡਰੱਗ ਦੇ ਕਾਰੋਬਾਰ ਦੇ ਉੱਤੇ ਸਰਹੱਦ ਦੇ ਨਾਲ ਸੰਬੰਧਿਤ ਮਾਮਲਿਆਂ ਤੇ ਵੱਖ-ਵੱਖ ਏਜੰਸੀਆਂ ਦੇ ਵੱਲੋਂ 5 ਨਵੀਆਂ ਰਿਪੋਰਟਾਂ ਤਿਆਰ ਜਿਹੜੀਆਂ ਜੀ ਉਹ ਕੀਤੀਆਂ ਜਾ ਚੁੱਕੀਆਂ ਨੇ। ਪੰਜਾਬ ਦੇ ਵਿੱਚ ਡਰੱਗਸ ਦੇ ਕਾਰੋਬਾਰ ਸੰਬੰਧੀ ਵਿਚਾਰ ਅਧੀਨ ਮਾਮਲੇ ਦੀ ਸੁਣਵਾਈ ਦੇ ਦੌਰਾਨ ਅਸਿਸਟੈਂਟ ਸੋਲਿਸਿਟਰ ਜਨਰਲ ਜਿਹੜੇ ਨੇ ਉਹਨੇ ਅਦਾਲਤ ਨੂੰ ਦੱਸਿਆ ਕਿ ਇਹਨਾਂ ਏਜੰਸੀਆਂ ਦੇ ਵਿਚਾਲੇ ਹੋਈਆਂ ਮੀਟਿੰਗਾਂ ਦੇ ਆਧਾਰ ਦੇ ਉੱਤੇ 5 ਰਿਪੋਰਟਾਂ ਜਿਹੜੀਆਂ ਜੀ ਉਹ ਤਿਆਰ ਕੀਤੀਆਂ ਗਈਆਂ ਨੇ। ਇਹਦੀ ਇੱਕ ਗੱਲ ਜਿਹੜੀ ਜੀ ਇਹ ਚੰਗੀ ਰਹੀ, ਆਪਾਂ ਪਿਛਲੇ ਕਾਫੀ ਜਿਹੜੇ ਜੀ ਹਫ਼ਤਿਆਂ ਤੋਂ ਇਹ ਲਗਾਤਾਰ ਜਿਹੜੀ ਗੱਲ ਕਰ ਰਹੇ ਹਾਂ ਕਿ ਡਰੱਗ ਮਾਮਲੇ ਦੇ ਵਿੱਚ DGP ਸਿਧਾਰਥ ਚਟੋਪਾਧਿਆਇ ਵੱਲੋਂ ਤਿਆਰ ਕੀਤੀ ਗਈ ਜਿਹੜੀ ਰਿਪੋਰਟ ਹੈ ਉਹ ਖੋਲੀ ਜਾਵੇ। ਇਹਦੀ ਮੰਗ ਹਾਈ ਕੋਰਟ ਦੇ ਵਿੱਚ ਜਿਹੜਾ ਜੀ ਉਹ ਉੱਠ ਖੜੀ ਹੋਈ। ਇਹ ਇੱਕ ਜਿਹੜੀ ਜੀ ਪੋਜ਼ਿਟਿਵ ਗੱਲ ਹੋਈ, ਕਿਉਂਕਿ ਆਫਟਰ ਆਲ ਇਹ ਤਾਂ ਪਤਾ ਲੱਗੇ ਨਾ ਉਹਨਾਂ ਬੰਦ ਲਿਫਾਫਿਆਂ ਦੇ ਵਿੱਚ ਕੀ ਆ। ਚੀਫ ਜਸਟਿਸ ਤੇ ਜਸਟਿਸ ਜਿਹੜੇ ਜੀਵ ਸ਼ਰਮਾ ਦੀ ਬੈਂਚ ਦੇ ਸਾਹਮਣੇ ਜਿਹੜਾ SSP ਰਾਜਜੀਤ ਹੁੰਦਲ ਹੈ ਉਹਨੇ ਇਹ ਕਿਹਾ ਕਿ ਇਸ ਰਿਪੋਰਟ ਨੂੰ ਦਾਇਰ ਕੀਤਿਆਂ 1 ਸਾਲ ਦਾ ਸਮਾਂ ਹੋ ਚੁੱਕਿਆ, ਇਹਨੂੰ ਖੋਲਿਆ ਨਹੀਂ ਗਿਆ।
ਹਾਈ ਕੋਰਟ ਨੇ ਡੀਜੀਪੀ ਚਟੋਪਾਧਿਆ ਦੀ ਅਗਵਾਈ ਦੇ ਵਿੱਚ ਜਿਹੜੀ ਇਹ SIT ਬਣਾਈ ਸੀਗੀ ਔਰ ਇਹ SIT ਡਰੱਗਸ ਮਾਮਲੇ ਦੇ ਵਿੱਚ ਪੁਲਿਸ ਤੇ ਤਸਕਰਾਂ ਦੇ ਵਿਚਾਲੇ ਗੱਠਜੋੜ ਦੀ ਜਾਂਚ ਕਰਨ ਨੂੰ ਇਹਨੂੰ ਕਿਹਾ ਗਿਆ ਸੀਗਾ ਔਰ ਇਹਦੇ ਦੌਰਾਨ ਪੰਜਾਬ ਪੁਲਿਸ ਤੋਂ ਬਰਖਾਸਤ ਕੀਤੇ ਇੰਸਪੈਕਟਰ ਇੰਦਰਜੀਤ ਤੇ ਸਾਬਕਾ SSP ਰਾਜਜੀਤ ਦੇ ਡਰੱਗ ਸਮਗਲਰਾਂ ਦੇ ਨਾਲ ਰਿਸ਼ਤੇ ਦੀ ਜਾਂਚ ਕਰਨ ਨੂੰ ਕਿਹਾ ਗਿਆ ਸੀਗਾ। SSP ਰਾਜਜੀਤ ਦੇ ਵਕੀਲ ਨੇ ਮਈ ਮਹੀਨੇ ਦੇ ਵਿੱਚ ਵੀ DGP ਚਟੋਪਾਧਿਆ ਦੀ ਅਗਵਾਈ ਵਾਲੀ ਜਾਂਚ ਰਿਪੋਰਟ ਨੂੰ ਜਨਤਕ ਕੀਤੇ ਜਾਣ ਦੀ ਮੰਗ ਕੀਤੀ ਸੀ। ਉਹਨੇ ਇਸ ਅਰਜ਼ੀ ਦੇ ਵਿੱਚ ਕਿਹਾ ਸੀਗਾ ਕਿ ਉਹਦਾ ਡਰੱਗਸ ਮਾਮਲੇ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਤੇ ਉਹਨਾਂ ਨੂੰ STF ਦੇ ਚੀਫ ਜਿਹੜੇ ਸੀ ਹਰਪ੍ਰੀਤ ਸਿੰਘ ਸਿੱਧੂ ਨੇ ਸਿਰਫ ਇਸ ਲਈ ਬੁਲਾਇਆ ਕਿਉਂਕਿ ਉਹਨਾਂ ਨੇ ਡਰੱਗਸ ਮਾਮਲੇ ਦੇ ਵਿੱਚ ਗ੍ਰਿਫਤਾਰ ਇੰਸਪੈਕਟਰ ਇੰਦਰਜੀਤ ਦੇ ਸੀਨੀਅਰ ਵਜੋਂ 14 ਮਹੀਨੇ ਜਿਹੜਾ ਜੀ ਉਹ ਕੰਮ ਕੀਤਾ। ਹੁਣ ਜਿਹਦੇ ਵਾਸਤੇ ਇਹ ਬਣਾਈ ਗਈ ਸੀਗੀ ਜੀ SIT ਉਹ ਵੀ ਮੰਗ ਕਰ ਰਿਹਾ ਕਿ ਇਹ ਜਿਹੜੀ ਇਹਦੀ ਰਿਪੋਰਟ ਖੋਲੀ ਜਾਵੇ ਪਰ ਰਿਪੋਰਟ ਜਿਹੜੀ ਆ ਉਹ ਖੁੱਲ ਨਹੀਂ ਰਹੀ ਜੀ। ਹੁਣ ਇਹ ਰਿਪੋਰਟ ਖੋਲਣ ਤੋਂ ਕੌਣ ਜਿਹੜਾ ਜੀ ਉਹ ਰੋਕ ਰਿਹਾ ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਹੈ। ਉਹ ਤਾਂ ਸਾਰਿਆਂ ਨੂੰ ਪਤਾ ਜੀ, ਉੱਪਰ ਤੱਕ ਕੇਸ ਦੀ ਚੱਲਦੀ ਆ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੂ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਕਾਂਗਰਸ ਨੇ ਹੁਣ ਤਿਆਰੀ ਕੀਤੀ ਕੇਂਦਰ ਸਰਕਾਰ ਨੂੰ ਘੇਰਨੇ ਦੀ। ਸੋਸ਼ਲ ਮੀਡੀਆ ਤੋਂ ਹਟ ਕੇ ਜ਼ਮੀਨ ਤੇ ਆਉਣ ਦੀ ਗੱਲ ਆਖੀ।